ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਮਾਤ ਪਿਤਾ ਸੁਤ ਬੰਧਪ ਭਾਈ, ਨਾਨਕ ਹੋਆ ਪਾਰ ਬ੍ਰਹਮ ਸਹਾਈ। ਸੁਖ ਸਹਜ ਆਨੰਦ ਕਹਣੇ, ਗੁਰ ਪੂਰਾ ਪੂਰੀ ਜਾ ਕੀ ਬਾਣੀ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ, ਰਹਾਉ ਸਗਲ ਸਰੰਜਾਮ ਕਰੇ ਪ੍ਰਭ ਆਪੇ। ਭਏ ਮਨੋਰਥ ਸੋ ਪ੍ਰਭ ਜਾਪੇ, ਅਰਥ ਧਰਮ ਕਾਮ ਮੋਖ ਕਾ ਦਾਤਾ। ਪੂਰੀ ਭਈ ਸਿਮਰ ਸਿਮਰ ਵਿਧਾਤਾ, ਸਾਧ ਸੰਗ ਨਾਨਕ ਰੰਗ ਮਾਣਿਆ। ਘਰ ਆਇਆ ਪੂਰੇ ਗੁਰ ਆਣਿਆ, ਸਾਧ ਸੰਗ ਨਾਨਕ ਰੰਗ ਮਾਣਿਆ। ਘਰ ਆਇਆ ਪੂਰੇ ਗੁਰ ਆਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪੈ ਤਾਂ ਆਪ ਗੁਣ ਸਭ ਛਪੇ। ਕਰਨ ਕਾਰਨ ਕਿਰਪਾ ਨਿਧਾਨ, ਪਤਿਤ ਪਾਵਨ ਭਗਤ ਵੈਛਲ। ਅਨਾਥ ਨਾਥ ਜਗਤ ਗੁਰੂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ 'ਚ ਨਤਮਸਤਕ ਹੋ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰ ਰਹੇ ਗੁਰਦੇਵ ਦੀ ਅੰਮ੍ਰਿਤਮਈ ਧੁਰ ਕੀ ਬਾਣੀ, ਅਕਾਲੀ ਬਾਣੀ, ਸਰਬਾਸਾ ਪੂਰਨ ਕਰਨੇ ਵਾਲੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਬਹੁਤ ਹੀ ਅਦਬ ਸਤਿਕਾਰ ਤੇ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਧੁਰ ਕੀ ਬਾਣੀ 'ਚੋਂ ਅੰਮ੍ਰਿਤ ਵੇਲੇ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਦੀ ਦਾਤ ਸਾਨੂੰ ਪ੍ਰਾਪਤ ਹੋਈ ਹੈ, ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਪੰਜਵੇਂ ਪਾਤਸ਼ਾਹ ਦੇ ਚਰਨਾਂ ਨਾਲ ਜੋੜਦਿਆਂ ਮਨ ਔਰ ਬਿਰਤੀਆਂ ਦੀ ਇਕਾਗਰਤਾ ਵਾਸਤੇ ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਮਹੱਲਾ ਪੰਜਵਾ। ਮਾਤ ਪਿਤਾ ਸੁਤ ਬੰਧਪ ਭਾਈ। ਰਾਗ ਬਿਲਾਵਲ ਹੈ ਔਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਪਵਿੱਤਰ ਪਾਵਨ ਸ੍ਰੀ ਮੁਖਵਾਕ ਸ਼ਬਦ ਹੈ। ਮਾਤਾ ਪਿਤਾ, ਸੁੱਤ ਦਾ ਅਰਥ ਹੁੰਦਾ ਪੁੱਤਰ। ਬੰਧਪ, ਬੰਧਪ ਦਾ ਅਰਥ ਹੈ ਰਿਸ਼ਤੇਦਾਰ, ਸੰਬੰਧੀ।
परमात्मा कैसा दयालु है। महाराज जी कहते वेख जिस वाहिगुरु ने तेरे ते किन्ना तरस किया। बिरद भयो उपर साख सैन। बिरद अवस्था विच तेरे संबंधी तेनू संभालण वास्ते तत्पर हुंदे, ਉਹਦਾ ਤਰਸ है। नहीं तो अनेकां बिरध अवस्था दे विच रुड़दे भी वेखे जाते हैं। तो बंधप का मतलब हुंदा संबंधी, रिश्तेदार, भाई भरा। जिहड़ा ये भाई लफज है ना, ਇਹਦਾ मतलब ਹੁੰਦਾ ਜਿਹੜਾ ਮਨ ਨੂੰ ਭਾਵੇ ਉਹ ਭਾਈ ਹੈ। ਮਨ ਨੂੰ ਭਾਵੇ ਉਹਨੂੰ ਭਾਈ ਕਹਿੰਦੇ। ਨਾ ਭਾਵੇ ਤੇ ਭਾਵੇਂ ਇੱਕ ਮਾਤਾ ਦੇ ਉਦਰ ਤੋਂ ਪੈਦਾ ਹੋਏ ਹੋਣ, ਦੁਸ਼ਮਣ ਬਣੇ ਵੀ ਵੇਖੇ ਜਾਂਦੇ ਨੇ। ਭਾਈ ਤਾਂ ਹੈ ਜੇ ਮਨ ਨੂੰ ਭਾਵੇ। ਇਹ ਜਿੰਨੇ ਨਾਤੇ ਨੇ, ਇਹ ਜਿੰਨੇ ਉੱਪਰ ਸੰਬੰਧ ਦੱਸੇ ਨੇ, ਮਹਾਰਾਜ ਜੀ ਕਹਿੰਦੇ ਮੇਰੇ ਹੈਣ। ਕੌਣ ਹਨ? ਅਗਲੀ ਪੰਕਤੀ 'ਚ ਦੱਸਦੇ ਨੇ। ਨਾਨਕ ਹੋਆ ਪਾਰ ਬ੍ਰਹਮ ਸਹਾਈ। ਜਿੱਥੇ ਮੈਨੂੰ ਮਾਂ ਦੀ ਲੋੜ ਪਈ ਹੈ, ਪਰਮੇਸ਼ਰ ਮੇਰੇ ਵਾਸਤੇ ਮਾਂ ਬਣ ਕੇ ਆਇਆ। ਜਿੱਥੇ ਪਿਤਾ ਦੀ ਲੋੜ ਪਈ ਹੈ ਤੇ ਪਰਮੇਸ਼ਰ ਨੇ ਪਿਤਾ ਬਣ ਕੇ ਸਹਾਇਤਾ ਕੀਤੀ। ਜਿੱਥੇ ਪੁੱਤਰ ਦੀ ਲੋੜ ਪਈ ਹੈ, ਪੁੱਤਰ ਜੋ ਕੰਮ ਕਰਦਾ ਹੈ ਉਹ ਵਾਹਿਗੁਰੂ ਪਰਮੇਸ਼ਰ ਨੇ ਪੁੱਤਰ ਰੂਪ ਵਿੱਚ ਵੀ ਕੀਤਾ। ਜਿੱਥੇ ਕੋਈ ਸੰਬੰਧੀ ਜਾਂ ਰਿਸ਼ਤੇਦਾਰ ਦੀ ਜ਼ਰੂਰਤ ਪਈ ਆ, ਉੱਥੇ ਪ੍ਰਮਾਤਮਾ ਮੇਰਾ ਰਿਸ਼ਤੇਦਾਰ ਆ ਬਣਿਆ, ਸੰਬੰਧੀ ਆਣ ਬਣਿਆ। ਤੇ ਜਿੱਥੇ ਭਰਾ ਦੀ ਲੋੜ ਪਈ, ਉੱਥੇ ਪਰਮੇਸ਼ਰ ਮੇਰਾ ਭਾਈ ਰੂਪ ਹੋ ਕੇ ਪ੍ਰਗਟ ਹੋ ਗਿਆ। यानी कि मेरे ये सारे रिश्ते, सारे संबंध मेरे प्रभु नाल ने, मेरे परमेश्वर नाल ने। माता पिता रिश्तेदार पुत्र ते संबंधी ये तदे सहायक होंदे ने जे परमेश्वर की दया नाल वरते। इस करके कह सकते हैं कि परमेश्वर ही माता है, परमेश्वर ही पिता है, परमेश्वर ही पुत्र है, परमेश्वर ही संबंधी है, तो परमेश्वर ही भरा। अकाल पुरख मेरा पिता भी वही है, माता भी वही है। तो बहुत सारे भगतां ने भगती की, आख्या वाहिगुरू पुत्र बन के आओ साडे घर। पिता मेहता कालू जी और माता त्रिपता जी की कई जन्मां की भगती है सी कि अकाल पुरख साडे घर पुत्र बन के अवतरत होवो। ते गुरु नानक पातशाह आए, भावना पूरी हुई। तो इस प्रकार ये सारे भाव साडे उस अकाल पुरख परमेश्वर तो पूर्ण हुंदे। निरंकार माता बन के साडे अवगुणां नूं नहीं चितारदा। जिवें मां अपने पुੱਤ ਦੇ अपराधां नूं, गुनाहां नूं नज़रअंदाज कर दिंदी है, तैसे परमेश्वर मां बन के अपने सेवकां नूं, अपने भगतां नूं, उन्हां दे जिहड़े अवगुण ने, गुनाह ने, उन्हां नूं नज़रअंदाज कर दिंदा। पिता बन के परवरिश करदा, पालदा, पालणहार है। भरा बन के, संबंधी बन के नाल मददगार हुंदा, सहाई हुंदा। आम करके पुत्र का अर्थ किया जाता पू नाम नरकां दा, तर नाम रखने वाले दा। जिहड़ा तारे नरकां तो उहनूं पुत्र कहंदे आ। ते परमात्मा तो बिना कोई ऐसा है ही नहीं जिहड़ा सानूं नरकां तो तार सके। नहीं तो इस संसार दे विच ऐसे पुत्र भी सदाउंदे आ जिहड़े जिउंदे जी अपने माँ बाप वास्ते नरक सहेड़ के लै आउंदे आ। उन्हां दी जिंदगी नरक बना दिंदे, नरकां चों कढना तां की सी। तो परमात्मा नरकां तो तारने वाला, इस करके पुत्र रूप भी है।
ਸਾਡੇ ਸਾਰੇ ਨਾਤੇ, ਸਾਰੇ ਸੰਬੰਧ ਉਸ ਪ੍ਰਭੂ ਅਕਾਲ ਪੁਰਖ ਪਰਮੇਸ਼ਰ ਨਾਲ ਹਨ। ਹਾਂਜੀ। ਸੁਖ ਸਹਜ ਆਨੰਦ ਕਹਣੇ, ਹਰਿ ਜੀ ਮਾਤਾ ਹਰਿ ਜੀ ਪਿਤਾ। ਹਰੀ ਸਾਡੀ ਮਾਂ ਹੈ, ਹਰੀ ਸਾਡਾ ਪਿਤਾ ਹੈ। ਉਸੇ ਕੋਲੋਂ ਸਾਰੇ ਸੁਖ ਸਹਿਜ ਘਣੇ ਆਨੰਦ ਦੀ ਪ੍ਰਾਪਤੀ ਹੋਈ ਹੈ। ਉਸੇ ਕੋਲੋਂ, ਉਸੇ ਨੇ ਸਾਨੂੰ ਸੁਖ ਬਖਸ਼ੇ ਨੇ, ਸਹਿਜ ਆਨੰਦ, ਖੇੜਾ, ਵਿਗਾਸ। ਸਹਿਜ ਦਾ ਮਤਲਬ ਹੈ ਗਿਆਨ ਦੀ ਉਹ ਅਵਸਥਾ ਜਿੱਥੇ ਜਾ ਕੇ ਦੁੱਖ ਤੇ ਸੁੱਖ ਇੱਕੋ ਜਿਹੇ ਪ੍ਰਤੀਤ ਹੁੰਦੇ ਨੇ। ਸਹਿਜ ਉਸ ਅਵਸਥਾ ਦਾ ਨਾਮ ਹੈ ਜਿੱਥੇ ਮਿੱਟੀ ਤੇ ਸੋਨਾ ਦੋਵੇਂ ਇੱਕੋ ਜਿਹੇ ਪ੍ਰਤੀਤ ਹੁੰਦੇ ਆ। ਸਹਿਜ ਉਹ ਅਵਸਥਾ ਹੈ ਜਿੱਥੇ ਆਪਣੀ ਉਸਤਤ ਤੇ ਆਪਣੀ ਨਿੰਦਾ ਦੋਵੇਂ ਇੱਕ ਸਮਾਨ ਪ੍ਰਤੀਤ ਹੁੰਦੇ ਆ। ਜਿੱਥੇ ਹਰਖ ਤੇ ਸੋਗ ਇੱਕ ਸਮਾਨ ਪ੍ਰਤੀਤ ਹੁੰਦੇ ਆ, ਉਹਨੂੰ ਕਿਹਾ ਸਹਿਜ। ਇਹ ਸਹਿਜ ਵੀ ਸਾਡੇ ਪ੍ਰਭੂ ਨੇ ਸਾਨੂੰ ਬਖਸ਼। ਜਦੋਂ ਐਸਾ ਸਹਿਜ ਹੁੰਦਾ ਉਦੋਂ ਆਨੰਦ ਹੁੰਦਾ। ਉਸ ਵੇਲੇ ਆਨੰਦ ਦੀ ਦਸ਼ਾ ਵੀ ਹੁੰਦੀ ਹੈ। ਤੈਸਾ ਸਵਰਨ ਤੈਸੀ ਸਮਾਟੀ। ਉਹਦੇ ਲਈ ਇੱਕ ਸਮਾਨ ਬਿਰਤੀ ਬਣ ਜਾਂਦੀ ਹੈ, ਔਰ ਜਿਸ ਦੀ ਇੱਕ ਸਮਾਨ ਬਿਰਤੀ ਹੁੰਦੀ ਹੈ ਉਹਦਾ ਜੀਵਨ ਆਨੰਦ ਨਾਲ ਭਰ ਜਾਂਦਾ। ਜਦੋਂ ਸਾਡੀ ਬਿਰਤੀ 'ਚ ਦਵੰਦ ਭਾਵ ਹੁੰਦਾ, ਇਹ ਸਾਡੇ ਨੇ, ਇਹ ਬਗਾਨੇ ਨੇ, ਇਹ ਆਪਣੇ ਨੇ, ਇਹ ਮੇਰਾ ਹੈ, ਇਹ ਤੇਰਾ ਹੈ, ਜਦੋਂ ਇਹ ਦਵੰਦ ਦੀ ਬਿਰਤੀ ਬਣੀ ਹੁੰਦੀ ਉਦੋਂ ਤੱਕ ਆਨੰਦ ਨਹੀਂ ਹੈ। ਆਨੰਦ ਦੀ ਅਵਸਥਾ ਉਦੋਂ ਬਣਦੀ ਹੈ ਜਦੋਂ ਸਾਰਿਆਂ ਪ੍ਰਤੀ ਇੱਕ ਸਮਾਨ ਦ੍ਰਿਸ਼ਟੀ ਬਣ ਜੇ, ਸਭ ਲਈ। ਸਭ ਵਾਹਿਗੁਰੂ ਦੇ ਜੀਵ ਨੇ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਜਦੋਂ ਇਹ ਬਿਰਤੀ ਬਣਦੀ ਹੈ ਉਸ ਵੇਲੇ ਹਿਰਦਾ ਆਨੰਦ ਨਾਲ ਭਰ ਜਾਂਦਾ। ਆਨੰਦ ਦੀ ਵਿਸਮ੍ਰਿਤੀ ਕਦੋਂ ਹੁੰਦੀ ਹੈ? ਜਦੋਂ ਕੋਈ ਮੇਰੇ ਨੂੰ ਤਕਲੀਫ ਹੁੰਦੀ ਹੈ ਤੇ ਬਗਾਨੇ ਨੂੰ ਹੋਵੇ ਕੋਈ ਤਕਲੀਫ ਨਹੀਂ। ਜਦੋਂ ਸਾਰੀ ਪਰਮੇਸ਼ਰ ਦੇ ਜੀ ਨਜ਼ਰ ਆਉਣ ਤੇ ਇਹੀ ਦਿਸੇ ਕਿ ਸਭ ਉਹ ਹੁਕਮੀ ਦੇ ਹੁਕਮ 'ਚ ਹੀ ਵਰਤ ਰਹੇ ਨੇ, ਉਹਦੇ ਹੁਕਮ 'ਚ ਹੀ ਸਭ ਨੂੰ ਆਪਣੀਆਂ ਕਰੜੀਆਂ ਦਾ ਫਲ ਪ੍ਰਾਪਤ ਹੋ ਰਿਹਾ, ਚਾਹੇ ਕੋਈ ਵੀ ਹੈ, ਉਸ ਵੇਲੇ ਆਨੰਦ ਦੀ ਅਵਸਥਾ ਬਣੀ ਰਹਿੰਦੀ ਹੈ। ਤੋ ਐਸਾ ਪਰਮ ਆਨੰਦ ਪੰਜਵੇਂ ਪਾਤਸ਼ਾਹ ਕਹਿੰਦੇ ਮੇਰੇ ਮਾਲਕ ਨੇ ਉਹ ਵੀ ਘਣੇ, ਬਹੁਤ ਜ਼ਿਆਦਾ ਆਨੰਦ, ਵੀ ਜਿਸ ਦੀ ਕੋਈ ਸੀਮਾ ਨਹੀਂ ਹੈ, ਹੱਦਬੰਦੀ ਨਹੀਂ ਹੈ। ਐਸਾ ਆਨੰਦ ਵਾਹਿਗੁਰੂ ਨੇ, ਪਰਮੇਸ਼ਰ ਨੇ ਮੈਨੂੰ ਪ੍ਰਦਾਨ ਕੀਤਾ ਹੈ। ਗੁਰ ਪੂਰਾ ਪੂਰੀ ਜਾ ਕੀ ਬਾਣੀ। ਮੇਰਾ ਪੂਰਾ ਗੁਰੂ ਹੈ ਔਰ ਉਸ ਦੀ ਬਾਣੀ ਵੀ ਪੂਰੀ ਹੈ। ਗੁਰੂ ਪੂਰਾ ਤੇ ਗੁਰੂ ਪੂਰੇ ਦੀ ਬਾਣੀ ਵੀ ਪੂਰੀ ਹੈ। ਜਿਤਨੀ ਬਾਣੀ ਹੈ ਮੇਰੇ ਸਤਿਗੁਰਾਂ ਦੀ ਪੂਰਨ ਹੈ। ਇਹਦੇ 'ਚ ਕੋਈ ਇਹ ਨਹੀਂ ਕਹਿ ਸਕਦਾ ਉਂਗਲ ਚੁੱਕ ਕੇ ਇਹ ਕਮੀ ਹੈ ਜੀ ਗੁਰਬਾਣੀ 'ਚ। ਆਹ ਸਿਧਾਂਤ ਗੁਰਬਾਣੀ ਦਾ ਸਹੀ ਨਹੀਂ ਹੈ। ਪੂਰੇ ਗੁਰੂ ਦੀ ਬਾਣੀ ਵੀ ਪੂਰੀ ਪੂਰੀ। ਇਸੇ ਕਰਕੇ ਬਾਣੀ ਪਰਮੇਸ਼ਰ ਸਰੂਪ ਹੈ। ਪੂਰੇ ਦੀ ਬਾਣੀ ਪਰਮੇਸ਼ਰ ਸਰੂਪ ਹੈ। ਸਤਿਗੁਰ ਕੀ ਬਾਣੀ ਸਤ ਸਰੂਪ ਹੈ। ਇਹ ਬਾਣੀ ਪਰਮੇਸ਼ਰ ਦਾ ਰੂਪ ਹੈ, ਅਕਾਲ ਪੁਰਖ ਦਾ ਰੂਪ ਹੈ। ਪੂਰੇ ਗੁਰੂ ਦੀ ਬਾਣੀ ਵੀ ਪੂਰੀ ਹੈ। ਅਨਕ ਗੁਣਾ ਜਾ ਕੇ ਜਾਹੇ ਨਾ ਗਣੇ। ਮੇਰੇ ਗੁਰੂ ਦੇ ਅਨੇਕਾਂ ਹੀ ਗੁਣ ਨੇ, ਇਤਨੇ ਗੁਣ ਨੇ ਕਿ ਜੇ ਗਿਣਤੀ ਕਰਨ ਲੱਗੀਏ ਤੇ ਗਿਣੇ ਨਹੀਂ ਜਾ ਸਕਦੇ। ਮੇਰੇ ਪੂਰੇ ਗੁਰੂ ਦੇ ਗੁਣ ਅਨੇਕਾਂ ਹੀ ਨੇ, ਜੇ ਗਿਣਤੀਆਂ ਮਿਣਤੀਆਂ ਕਰਨ ਲੱਗੀਏ, ਮਾਪ ਤੋਲ ਕਰਨ ਲੱਗੀਏ ਤਾਂ ਕਹਿੰਦੇ ਉਹ ਗੁਣ ਗਿਣੇ ਨਹੀਂ ਜਾ ਸਕਦੇ। ਰਹਾਓ ਸਗਲ ਸਰੰਜਾਮ ਕਰੇ ਪ੍ਰਭ ਆਪੇ। ਮੇਰੇ ਵਾਸਤੇ ਸਾਰੇ ਉਦਮ, ਸਾਰੇ ਸਰੰਜਾਮ, ਸਾਰੇ ਉਪਾਅ ਮੇਰੇ ਪ੍ਰਭੂ ਨੇ ਆਪ ਹੀ ਕੀਤੇ ਨੇ। ਮੈਂ ਨਹੀਂ ਕੁਝ ਕਰਨ ਜੋਗਾ। ਮੈਨੂੰ ਕੀ ਪਤਾ ਵੀ ਕਿਹੜਾ ਕੰਮ, ਉਹਦਾ ਉਪਾਅ ਕੀ ਕਰਨਾ। ਮੇਰੇ ਲਈ ਜਿੰਨੇ ਸਰੰਜਾਮ ਨੇ, ਉਪਾਅ ਨੇ, ਉਹ ਸਭ ਮੇਰੇ ਪ੍ਰਭੂ ਨੇ ਆਪ ਕੀਤੇ ਨੇ। ਮੈਂ ਤਾਂ ਆਪ ਹੈਰਾਨ ਹਾਂ, ਚਕਰਿਤ ਹਾਂ
ਕਿ ਮੇਰੇ ਬਿਨਾਂ ਕੁਝ ਕੀਤਿਆਂ ਸਭ ਕੁਝ ਹੋ ਰਿਹਾ ਹੈ। ਤੇ ਐਸਾ ਉਦੋਂ ਹੁੰਦਾ ਜਦੋਂ ਕੋਈ ਸਮਰਪਣ ਹੋ ਜਾਂਦਾ ਆਪਣੇ ਮਾਲਕ ਦੇ ਚਰਨਾਂ 'ਚ। ਮਹਾਰਾਜ, ਜਿਹੋ ਜਿਹੇ ਹਾਂ ਬੁਰੇ ਭਲੇ ਤੁਹਾਡੇ ਹਾਂ, ਤੁਹਾਡੀ ਸ਼ਰਨ 'ਚ। ਹੈਰਾਨ ਹੁੰਦਾ ਮਨੁੱਖ ਕਈ ਵਾਰ, ਮੈਂ ਅਕਸਰ ਕਹਿੰਦਾ ਸੁਣਿਆ, ਪਤਾ ਨਹੀਂ ਪਰਮੇਸ਼ਰ ਨੇ ਵਿਧ ਕਿਵੇਂ ਬਣਾ ਦਿੱਤੀ, ਮੈਂ ਤਾਂ ਸੋਚਿਆ ਵੀ ਨਹੀਂ ਸੀ। ਅਸਲ ਵਿੱਚ ਅਸੀਂ ਕੁਝ ਜੋ ਸੋਚਦੇ ਹਾਂ ਉਹ ਤਾਂ ਹੁੰਦਾ ਵੀ ਨਹੀਂ। ਪਰਮਾਤਮਾ ਕਿਵੇਂ ਕਿਵੇਂ ਸਾਰੀਆਂ ਵਿਧਾਂ ਬਣਾ ਦਿੰਦਾ ਹੈ, ਸਾਡਾ ਉੱਥੇ ਧਿਆਨ ਨਹੀਂ ਹੁੰਦਾ, ਗੁਰਮੁਖਾਂ ਦਾ ਹੁੰਦਾ। ਤੇ ਉਹ ਕਹਿੰਦੇ ਨੇ, ਮੇਰੇ ਲਈ ਜਿੰਨੇ ਉਪਾਅ ਨੇ ਉਹ ਸਭ ਮੇਰੇ ਪ੍ਰਭੂ ਨੇ ਕੀਤੇ, ਮੇਰੇ ਮਾਲਕ ਨੇ ਕੀਤੇ। ਇੱਕ ਵਾਰ ਘੋੜਾ ਕੱਢ ਕੇ ਲਿਆਉਣ ਤੋਂ ਬਾਅਦ ਬਾਬਾ ਬਿਧੀ ਚੰਦ ਸਾਹਿਬ ਦੂਸਰੀ ਵਾਰ ਫੇਰ ਉੱਥੇ ਜਾਣਾ, ਬੜਾ ਔਖਾ ਕੰਮ ਸੀ, ਪਰ ਪਤਾ ਸੀ ਮੈਂ ਕੁਝ ਕੀ ਕਰਨ ਵਾਲਾ ਹਾਂ। ਇਹ ਤਾਂ ਸਾਰੇ ਕਾਰਜ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੇ ਆਪ ਕਰਨੇ ਨੇ। ਦੂਜੀ ਵਾਰ ਜਾਂਦੇ ਨੇ, ਦੂਜਾ ਘੋੜਾ ਵੀ ਲੈ ਕੇ ਆਉਂਦੇ ਆ, ਬਿਨਾਂ ਨਿਰਵਿਘਨ, ਵਿਘਨ ਤੋਂ ਰਹਿਤ। ਮੇਰੇ ਲਈ ਜਿੰਨੇ ਸਰੰਜਾਮ ਨੇ, ਸਾਰੇ ਉਪਾਅ ਨੇ, ਸੰਜਮ ਨੇ, ਉਹ ਸਭ ਮੇਰੇ ਪ੍ਰਭੂ ਨੇ ਆਪ ਕੀਤੇ ਨੇ। ਮੇਰੇ 'ਚ ਕੋਈ ਸਮਰੱਥਾ ਨਹੀਂ ਮੈਂ ਕੁਝ ਕਰ ਸਕਾਂ, ਮੇਰੇ 'ਚ ਕੋਈ ਤਾਣ ਨਹੀਂ ਕਿ ਮੈਂ ਕੁਝ ਕਰ ਸਕਾਂ। ਮੇਰੇ ਲਈ ਸਾਰੇ ਉਪਾਅ ਮੇਰੇ ਪ੍ਰਭੂ ਨੇ ਆਪ ਕੀਤੇ ਹਨ। ਭਏ ਮਨੋਰਥ ਸੋ ਪ੍ਰਭ ਜਾਪੇ। ਮੇਰੇ ਉਸ ਪ੍ਰਭੂ ਨੂੰ ਜਪਦਿਆਂ ਮੇਰੇ ਜਿੰਨੇ ਮਨੋਰਥ ਸੀ ਭਏ ਪੂਰਨ ਹੋ ਗਏ। ਪ੍ਰਭੂ ਨੂੰ ਜਪਦਿਆਂ, ਪ੍ਰਭੂ ਨੂੰ ਆਰਾਧਦਿਆਂ, ਧਿਆਉਂਦਿਆਂ ਮੇਰੇ ਜਿੰਨੇ ਵੀ ਮਨੋਰਥ ਸਨ ਪੂਰਨ ਹੋ ਗਏ, ਪੂਰਨ ਹੋ ਗਏ। ਮੇਰੇ ਪ੍ਰਭੂ ਨੇ ਤੇ ਆਖਿਆ ਸੀ ਵੀ ਤੂੰ ਟਿਕ ਕੇ ਆਨੰਦ ਨਾਲ ਭਜਨ ਕਰ, ਕਾਰਜ ਤੇਰੇ ਸਾਰੇ ਪੂਰੇ ਹੋ ਜਾਣਗੇ। ਥਿਰ ਕਰ ਬੈਸੋ ਹਰ ਜਨ ਪਿਆਰੇ, ਥਿਰ ਘਰ ਬੈਸੋ ਹਰ ਜਨ ਪਿਆਰੇ। ਥਿਰ ਕਰ ਬੈਸੋ ਹਰ ਜਨ ਪਿਆਰੇ, ਥਿਰ ਕਰ ਬੈਸੋ ਹਰ ਜਨ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਸਤਿਗੁਰ ਤੁਮਰੇ ਕਾਜ ਸਵਾਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਭਏ ਮਨੋਰਥ ਸੋ ਪ੍ਰਭ ਜਾਪੇ, ਹਰ ਹਰ ਚਰਨ ਹਰ ਹਰ ਚਰਨ ਹਿਰਦੈ ਉਰ ਧਾਰੇ। ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਕਹਿੰਦੇ ਮੇਰੇ ਸਾਰੇ ਕਾਰਜ ਸਫਲ ਹੋ ਗਏ, ਮੇਰੇ ਸਾਰੇ ਮਨੋਰਥ ਪੂਰਨ ਹੋ ਗਏ ਉਸ ਪ੍ਰਭੂ ਨੂੰ ਜਪ ਕੇ। ਅਰਥ ਧਰਮ ਕਾਮ ਮੋਖ ਕਾ ਦਾਤਾ। ਅਰਥ ਲੋੜ ਦੀਆਂ ਚੀਜ਼ਾਂ, ਫਿਰ ਧਰਮ ਉਹ ਵੀ ਜ਼ਰੂਰੀ ਹੈ, ਫਿਰ ਕਾਮ ਕਾਮਨਾ, ਫਿਰ ਮੋਕਸ਼। ਇਹ ਚਾਰਾਂ ਨੂੰ ਮਹਾਰਾਜ ਜੀ ਨੇ ਬੜੀ ਤਰਤੀਬ ਨਾਲ, ਸਭ ਤੋਂ ਪਹਿਲਾਂ ਕੀ ਜ਼ਰੂਰਤ ਹੁੰਦੀ ਹੈ ਮਨੁੱਖ ਨੂੰ? ਅਰਥ, ਲੋੜ। ਉਸ ਤੋਂ ਬਾਅਦ ਜ਼ਰੂਰਤ ਹੁੰਦੀ ਹੈ ਧਰਮ ਦੀ, ਫਿਰ ਕਾਮਨਾ ਹੋਵੇ, ਮੁਮੁਕਸ਼ੂ ਹੋਵੇ, ਤੇ ਫਿਰ ਚੌਥਾ ਪੜਾਅ ਹੈ ਮੋਕਸ਼ ਦਾ, ਮੁਕਤੀ ਦਾ। ਜੇ ਲੋੜ ਦੀਆਂ ਚੀਜ਼ਾਂ ਨਹੀਂ ਹਨ ਸਾਡੇ ਕੋਲ, ਜੋ ਸਾਨੂੰ ਚਾਹੀਦਾ ਉਹ ਨਹੀਂ ਹੈ ਸਾਡੇ ਕੋਲ, ਤੇ ਧਰਮ ਦੀ ਪਾਲਣਾ ਨਹੀਂ ਹੋ ਸਕਦੀ। ਫਿਰ ਤਾਂ ਉਹਨਾਂ ਚੀਜ਼ਾਂ ਵਾਲੇ ਪਾਸੇ ਹੀ ਧਿਆਨ ਲੱਗਾ ਹੋਇਆ ਵੀ ਹਾਏ ਹੁਣ ਰੋਟੀ ਪੱਕਣੀ ਹੈ ਕਿ ਨਹੀਂ ਪੱਕਣੀ, ਆਹ ਚੀਜ਼ ਮਿਲਣੀ ਹੈ ਕਿ ਨਹੀਂ ਮਿਲਣੀ, ਪਹਿਨਣ ਨੂੰ ਕੱਪੜਾ ਮਿਲਣਾ ਹੈ ਕਿ ਨਹੀਂ ਮਿਲਣਾ, ਖਾਣ ਨੂੰ ਮਿਲਣਾ ਹੈ ਕਿ ਨਹੀਂ ਮਿਲਣਾ। ਜੇ ਇਸੇ ਦੀ ਚਿੰਤਾ ਤੇ ਧਰਮ ਦੀ ਪਾਲਣਾ ਔਖੀ। ਇਸ ਕਰਕੇ ਅਰਥ, ਖਾਣ ਨੂੰ, ਪਹਿਨਣ ਨੂੰ, ਔਰ ਰਹਿਣ ਨੂੰ। ਰਹਿਣ ਤੋਂ ਬਿਨਾਂ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਸੜਕਾਂ 'ਤੇ ਵੀ ਟਾਈਮ ਪਾਸ ਕਰ ਲੈਂਦੇ ਆ, ਪਰ ਖਾਣਾ ਤੇ ਪਹਿਰਣਾ ਇਹ ਸਭ ਦੀ ਜ਼ਰੂਰਤ ਹੈ।
ਬਹੁਤ ਸਾਰੇ ਕੱਪੜੇ ਪਹਿਨਣ ਤੋਂ ਵੀ ਬਚ ਜਾਣਗੇ, ਪਰ ਖਾਣਾ ਉਹ ਤਾਂ ਸਭ ਦੀ ਜ਼ਰੂਰਤ ਹੈ, ਉਹ ਤਾਂ ਚਾਹੀਦਾ ਹੈ, ਅਰਥ ਹੈ, ਲੋੜ। ਬਿਮਾਰ ਹੈ ਤਾਂ ਦਵਾਈ ਦੀ ਜ਼ਰੂਰਤ ਹੈ, ਇਹ ਅਰਥ ਹੈ। ਅਰਥ ਦੀ ਪੂਰਤੀ ਹੋਵੇਗੀ ਤੇ ਫਿਰ ਧਰਮ ਦੀ ਪਾਲਣਾ ਸਹੀ ਢੰਗ ਨਾਲ ਹੋ ਸਕਦੀ ਹੈ। ਪਰ ਧਰਮ ਨੂੰ ਅਰਥ ਵਾਸਤੇ ਨਾ ਵਰਤਿਆ ਜਾਏ। ਧਰਮ ਦੀ ਵਰਤੋਂ ਅਰਥ ਲਈ ਨਹੀਂ ਹੋਣੀ ਚਾਹੀਦੀ ਕਿ ਧਰਮ ਧੰਦਾ ਬਣੇ, ਧਰਮ ਦਾ ਵਪਾਰ ਬਣੇ। ਧਰਮ ਨਿਸ਼ਕਾਮ ਹੋ ਕੇ ਹੋਵੇ। ਫਿਰ ਕਾਮਨਾ ਵੀ ਹੋਣੀ ਚਾਹੀਦੀ ਹੈ, ਜਗਿਆਸਾ ਵੀ ਹੋਣੀ ਚਾਹੀਦੀ ਹੈ। ਜੇ ਕਾਮਨਾ ਨਹੀਂ, ਜਗਿਆਸਾ ਨਹੀਂ, ਤਾਂ ਵੀ ਗੱਲ ਨਹੀਂ ਬਣਦੀ। ਤੋ ਕਾਮ ਤੇ ਫਿਰ ਹੈ ਮੋਕਸ਼। ਜਦੋਂ ਕੋਈ ਮੋਕਸ਼ ਤੱਕ ਚਲਿਆ ਜਾਂਦਾ ਫਿਰ ਬਾਕੀ ਥੱਲੜੇ ਤਿੰਨੇ ਡੰਡਿਆਂ ਦੇ ਵਿੱਚੋਂ ਉਹ ਨਿਰਵਿਰਤ ਹੋ ਜਾਂਦਾ, ਸੁਤੰਤਰ ਹੋ ਜਾਂਦਾ, ਜੀਵਨ ਮੁਕਤ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇਹਨਾਂ ਚੌਹਾਂ ਦਾ ਦਾਤਾ ਹੈ। ਚਾਰੇ ਸਾਨੂੰ ਚਾਹੀਦੇ ਨੇ। ਕੋਈ ਆਖੇ ਜਿਹੜੇ ਨਾਸਤਿਕ ਰੱਬ ਨੂੰ ਮੰਨਦੇ ਨਹੀਂ, ਉਹਨਾਂ ਦਾ ਤਾਂ ਧਰਮ ਹੁੰਦਾ ਹੀ ਨਹੀਂ ਕੋਈ। ਉਹਨਾਂ ਦਾ ਵੀ ਧਰਮ ਹੁੰਦਾ ਵੀ ਰੱਬ ਨੂੰ ਨਹੀਂ ਮੰਨਣਾ, ਇਹ ਧਰਮ ਹੈ ਉਹਨਾਂ ਦਾ। ਕਾਮਰੇਡ ਧਰਮ ਕਹਿ ਸਕਦੇ ਹਾਂ, ਮਾਰਕਸਵਾਦ ਕਿਹਾ ਜਾ ਸਕਦਾ। ਹਿੰਦੁਸਤਾਨ ਦਾ ਕਾਮਰੇਡ ਤੇ ਮਾਰਕਸ ਦੋਨਾਂ ਵਿੱਚ ਫਰਕ ਹੈ। ਯਾਨੀ ਕਿ ਧਰਮ ਤਾਂ ਫਿਰ ਵੀ ਹੈ ਨਾ ਉਹਨਾਂ ਦਾ। ਹਿੰਦੁਸਤਾਨ ਦਾ ਜਿਹੜਾ ਨਾਸਤਿਕ ਮਤ ਸੀ ਉਹਨੂੰ ਕਿਹਾ ਜਾਂਦਾ ਸੀ ਚਾਰ ਵਾਕ, ਚਾਰ ਵਾਕਿਆਂ ਦਾ ਮਤ। ਰੱਬ ਦੀ ਹੋਂਦ ਨੂੰ ਨਹੀਂ ਮੰਨਦੇ, ਈਸ਼ਵਰ ਨੂੰ ਨਹੀਂ ਮੰਨਦੇ। ਪਰ ਕੁਝ ਤਾਂ ਮੰਨਦੇ ਨੇ ਨਾ ਵੀ ਅਸੀਂ ਆਹ ਧਾਰਨਾ ਬਣਾਈ ਹੋਈ ਹੈ। ਤੋ ਜੋ ਧਾਰਨਾ ਬਣਾਈ ਹੁੰਦੀ ਉਸੇ ਨੂੰ ਧਰਮ ਕਹਿੰਦੇ। ਰੱਬ ਨੂੰ ਮੰਨਣ ਵਾਲਿਆਂ ਨੇ ਰੱਬ ਦੀ ਹੋਂਦ ਨੂੰ ਮੰਨਿਆ, ਉਹਨਾਂ ਦੀ ਇਹ ਧਾਰਨਾ, ਉਹਨਾਂ ਲਈ ਇਹ ਧਰਮ ਹੈ। ਤੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਚਾਰਾਂ ਚੀਜ਼ਾਂ ਦਾ ਦਾਤਾ ਹੈ। ਉਹਨੇ ਚਾਰ ਹੀ ਬਖਸ਼ਣੀਆਂ ਨੇ ਜਿਹੜੇ ਉਹਦੀ ਸ਼ਰਨ ਚ ਆ ਗਏ, ਉਹਦੀ ਪਨਾਹ ਚ ਆ ਗਏ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ। ਚਾਰ ਪਦਾਰਥ ਇਹੀ ਨੇ, ਧਰਮ ਅਰਥ ਕਾਮ ਮੋਕਸ਼। ਤੋ ਚਾਰੇ ਹੀ ਪ੍ਰਾਪਤ ਹੋ ਗਏ। ਹਾਂਜੀ। ਪੂਰੀ ਭਈ ਸਿਮਰ ਸਿਮਰ ਵਿਧਾਤਾ। ਉਸ ਵਿਧਾਤੇ ਨੂੰ ਸਿਮਰ ਸਿਮਰ ਕੇ ਮੇਰੀ ਕਾਮਨਾ ਪੂਰਨ ਹੋ ਗਈ ਹੈ। ਮੈਨੂੰ ਇਹ ਚਾਰੇ ਚੀਜ਼ਾਂ ਮਿਲ ਗਈਆਂ ਨੇ, ਅਰਥ ਧਰਮ ਕਾਮ ਮੋਕਸ਼। ਮੈਨੂੰ ਚੌਹਾਂ ਦੀ ਪ੍ਰਾਪਤੀ ਹੋ ਗਈ ਹੈ ਆਪਣੇ ਉਸ ਸੁਆਮੀ ਨੂੰ ਸਿਮਰ ਕੇ। ਸਾਧ ਸੰਗ ਨਾਨਕ ਰੰਗ ਮਾਣਿਆ। ਜਿਹੜੇ ਸਾਧ ਸੰਗਤ ਕਰਦੇ ਆ, ਨਾਨਕ ਜੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਉਹ ਰੰਗ ਮਾਣਦੇ ਆ ਪਰਮੇਸ਼ਰ ਦਾ। ਅਸੀਂ ਸਾਧ ਸੰਗਤ ਵਿੱਚ ਜਾ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਰੰਗ ਮਾਣਿਆ ਹੈ। ਘਰ ਆਇਆ ਪੂਰੇ ਗੁਰ ਆਣਿਆ। ਮੈਂ ਆਪਣੇ ਨਿਜ ਘਰ ਵਿੱਚ ਆ ਗਿਆ। ਨਿਜ ਘਰ ਮੇਰਾ ਜਿਹੜਾ ਆਪਣਾ ਸਵੈ ਘਰ ਸੀ, ਉੱਥੇ ਆ ਗਿਆ। ਤੇ ਮੈਂ ਆਪ ਨਹੀਂ ਆਇਆ, ਮੇਰੇ ਪੂਰੇ ਗੁਰੂ ਨੇ ਮੈਨੂੰ ਲਿਆਂਦਾ। ਪੂਰਾ ਗੁਰ ਆਣਿਆ। ਮੈਂ ਆਇਆ ਆਪਣੇ ਘਰ ਵਿੱਚ, ਪਰ ਆਪ ਨਹੀਂ ਆ ਸਕਿਆ। ਮੇਰੇ ਗੁਰੂ ਨੇ ਮੇਰੀ ਬਾਂਹ ਫੜੀ ਤੇ ਲਿਆਂਦਾ ਤੇ ਆਖਿਆ, ਸੱਜਣਾ ਆਹ ਘਰ ਹੈ ਤੇਰਾ। ਜਿਸ ਘਰ ਵਿੱਚ ਪਹੁੰਚਿਆ ਮੁੜ ਕੇ ਕਿਤੇ ਆਉਣਾ ਜਾਣਾ ਨਹੀਂ ਪੈਂਦਾ, ਉਹ ਘਰ ਨਿਜ ਘਰ, ਜਿਹਨੂੰ ਗੁਰਬਾਣੀ 'ਚ ਨਿਜ ਘਰ, ਨਿਜ ਮਹਿਲ ਕਿਹਾ, ਨਿਜ ਸਰੂਪ ਕਿਹਾ, ਨਿਜ ਆਨੰਦ ਕਿਹਾ। ਉਸ ਘਰ ਵਿੱਚ ਆ ਗਿਆ ਤੇ ਆਇਆ ਹਾਂ ਗੁਰੂ ਦਾ ਲਿਆਂਦਾ ਹੋਇਆ, ਸਤਿਗੁਰਾਂ ਦਾ ਲਿਆਂਦਾ ਹੋਇਆ।